ਵਿਚਾਰ ਤੋਂ ਆਏ ਵਿਚਾਰਧਾਰਾ, ਪਰ ਸੁਚੱਜੇ ਵਿਚਾਰ ਨੂੰ ਘੜਨਾ ਔਖਾ ਏ। ਬਿਨ ਬੁੱਝਿਆਂ ਭਰਮੀ ਵਿਚਾਰਾਂ ਦਾ ਅੱਜ ਰੰਗ ਦੁਨੀਆ ਤੇ ਚੜ੍ਹਿਆ ਚੋਖਾ ਏ। ਜੋ ਵਿਚਾਰ ਨਾ ਜੋੜੇ ਨਾਲ ਮੁੱਢ ਕਦੀਮ, ਉਹ ਵਿਚਾਰ ਨਹੀਂ ਖਾਲੀ ਖੋਖਾ ਏ। ਵਾਚੀਏ ਵਿਚਾਰ ਨੂੰ ਸਲਾਮਤਾ ਅਪਣਾਉਣ ਤੋਂ ਪਹਿਲਾਂ, ਇਹ ਸੱਚਾਈ ਏ ਕਿ ਧੋਖਾ ਏ, ਇਹ ਸੱਚਾਈ ਏ ਕਿ ਧੋਖਾ ਏ। ਚੈਨਲ ਤੂੰ ਸੱਤ ਅਖੰਡ ਜੋਤ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਲਾਮਤ ਜੋਗਾ ਵੱਲੋਂ ਸਤਿ ਸ੍ਰੀ ਅਕਾਲ। ਆਪ ਸਭ ਸਰੋਤਿਆਂ ਨਾਲ ਸਾਨੂੰ ਇਸ ਗੱਲ ਦਾ ਜ਼ਿਕਰ ਕਰਦਿਆਂ ਅੱਜ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਸਾਡਾ ਸੁਘੜ ਵਿਚਾਰ ਪ੍ਰੋਗਰਾਮ 3 ਸਾਲ ਦਾ ਸਫ਼ਰ ਕੰਪਲੀਟ ਕਰ ਅੱਜ ਚੌਥੇ ਸਾਲ ਦਾ ਆਗਾਜ਼ ਕਰਨ ਜਾ ਰਿਹਾ ਹੈ। ਅੱਜ ਤੋਂ 3 ਸਾਲ ਪਹਿਲਾਂ 1 ਅਗਸਤ 2019 ਨੂੰ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੀ ਕਿਰਪਾ ਰਹਿਮਤ ਸਦਕਾ ਸਾਡੇ ਸੁਰ ਸਲਾਮਤ ਸਟੂਡੀਓ ਵੱਲੋਂ ਤੂੰ ਸੱਤ ਅਖੰਡ ਜੋਤ ਚੈਨਲ ਤੇ ਸੁਘੜ ਵਿਚਾਰ ਪ੍ਰੋਗਰਾਮ ਆਰੰਭ ਕੀਤਾ ਗਿਆ, ਜੋ ਇੱਕ ਉਪਰਾਲਾ ਹੈ ਸਤਿਪੁਰਖ ਪਿਤਾ ਪਰਮਾਤਮਾ ਦੀ ਵਿਵੇਕ ਬੁੱਧ ਦੁਆਰਾ ਘੜੇ ਸੁਚਾਰੂ ਸੁਚੱਜੇ ਸੁਘੜ ਸਿਆਣੇ ਵਿਚਾਰਾਂ ਨੂੰ ਪਰੋਸਣ ਦਾ। ਤੇ ਫਿਰ ਇਸ ਉਪਰਾਲੇ ਦੇ ਚੱਲਦਿਆਂ ਪਰਮ ਪਿਤਾ ਪਰਮਾਤਮਾ ਦਾ ਓਟ ਆਸਰਾ ਲੈ ਸਾਡੀ ਸਾਰੀ ਸੁਰ ਸਲਾਮਤ ਟੀਮ ਵੱਲੋਂ ਆਪ ਸਭ ਸਰੋਤਿਆਂ ਅੱਗੇ ਸੰਸਾਰੀ ਤੇ ਰੂਹਾਨੀ ਜੀਵਨ ਦੇ ਅਨੇਕਾਂ ਢੁਕਵੇਂ ਪਹਿਲੂਆਂ ਨੂੰ ਸਾਫ਼ ਸੁਥਰੇ ਸ਼ਬਦਾਂ ਰਾਹੀਂ ਸਾਫ਼ ਸੁਥਰੇ ਤਰੀਕੇ ਨਾਲ ਪਰੋਸਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਸਾਡੇ ਸੁਰ ਸਲਾਮਤ ਸਟੂਡੀਓ ਵੱਲੋਂ ਸੁਰ ਸਲਾਮਤ ਲੇਬਲ ਹੇਠ ਚਲਾਏ ਜਾਂਦੇ YouTube ਚੈਨਲ ਸੁਰ ਸਲਾਮਤ ਰਿਕਾਰਡ, ਸੁਰ ਸਲਾਮਤ ਧਾਰਮਿਕ, ਤੂੰ ਸੱਤ ਅਖੰਡ ਜੋਤ ਚੈਨਲ ਦਾ ਮੇਨ ਮੋਟਿਵ ਹੀ ਚੰਗੇ ਤੇ ਨੇਕ ਵਿਚਾਰਾਂ ਨੂੰ ਪ੍ਰਫੁੱਲਤ ਕਰਨਾ ਹੈ, ਕਿਉਂਕਿ ਇਸ ਦ੍ਰਿਸ਼ਟਮਾਨ ਸੰਸਾਰ ਵਿੱਚ ਨਜ਼ਰੀ ਪੈਂਦੀ ਹਰ ਇੱਕ ਸ਼ੈ ਪਿੱਛੇ ਮੁੱਢ ਵਿਚਾਰ ਹੀ ਹੁੰਦਾ ਹੈ। ਇੱਕ ਵਿਚਾਰ ਤੋਂ ਹੀ ਨਵੀਂ ਹੋਂਦ ਦਾ ਨਵੇਂ ਸਫ਼ਰ ਦਾ ਆਰੰਭ ਹੁੰਦਾ ਹੈ ਤੇ ਇੱਕ ਵਿਚਾਰ ਨਾਲ ਹੀ ਸ਼ੁਰੂ ਹੋਇਆ ਸਾਡਾ ਸੁਘੜ ਵਿਚਾਰਾਂ ਦਾ ਸਫ਼ਰ, ਜਿਸ ਨੂੰ ਆਏ ਦਿਨ ਅਗਾਹਾਂ ਪੱਖੀ ਗਤੀ ਦਿੰਦਿਆਂ ਹਰ ਰੋਜ਼ ਸਵੇਰੇ 7 ਵਜੇ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਸਦਕਾ ਇੱਕ ਸੁਘੜ ਵਿਚਾਰ ਆਪ ਸਭ ਸਰੋਤਿਆਂ ਅੱਗੇ ਪਰੋਸਿਆ ਜਾਂਦਾ ਹੈ। ਤੇ ਇਸੇ ਗਤੀ ਨੂੰ ਇੱਕ ਕਦਮ ਹੋਰ ਅੱਗੇ ਵਧਾਉਂਦਿਆਂ ਸ਼ੁਰੂ ਕਰਦੇ ਹਾਂ ਅੱਜ ਦਾ ਵਿਚਾਰ, ਜਿਸ ਦਾ ਸਰਲੇਖ ਹੈ ਵਿਚਾਰ ਤੋਂ ਵਿਚਾਰਧਾਰਾ। ਜੇ ਇੱਕ ਵਿਚਾਰ ਦੀ ਗੱਲ ਕਰੀਏ ਤਾਂ ਵਿਚਾਰ ਮਹਿਜ਼ ਇੱਕ ਵਿਚਾਰ ਨਹੀਂ ਹੁੰਦਾ, ਉਸ ਪਿੱਛੇ ਸੋਚ ਦੇ ਤਲ ਤੇ ਭਾਵਾਂ ਖਿਆਲਾਂ ਦਾ ਇੱਕ ਪੂਰਨ ਵਿਸਥਾਰ ਹੁੰਦਾ ਹੈ। ਤੇ ਫਿਰ ਭਾਵਾਂ ਖਿਆਲਾਂ ਦੇ ਵਿਸਥਾਰ 'ਚੋਂ ਉੱਠਿਆ ਵਿਚਾਰ ਜਦ ਬੋਲ ਲੈ ਜ਼ੁਬਾਨ ਰਾਹੀਂ ਜਾਂ ਲਿਖਤ ਰਾਹੀਂ ਕਵਿਤਾ ਕਹਾਣੀ ਜਾਂ ਪ੍ਰਸੰਗ ਦਾ ਰੂਪ ਲੈ ਬਾਹਰ ਆਉਂਦਾ ਹੈ ਤੇ ਅੱਗੇ ਜਾ ਕੇ ਸਮ ਵਿਚਾਰੀ ਤਰਬੀਅਤ ਵਾਲੀ ਸੋਚਣੀ ਨਾਲ ਟਕਰਾਉਂਦਾ ਹੈ, ਤਾਂ ਇੱਕ ਨਵੀਂ ਵਿਚਾਰਧਾਰਾ ਉਪਜਦੀ ਹੈ ਜੋ ਸਮਾਜ ਨੂੰ ਆਪਣੇ ਵਿਚਾਰਾਂ ਦੀ ਧਾਰ ਨਾਲ ਨਵਾਂ ਵਹਾਅ, ਨਵਾਂ ਮੋੜ ਦਿੰਦੀ ਹੈ। ਇਤਿਹਾਸ ਗਵਾਹ ਹੈ ਇਸ ਗੱਲ ਦਾ ਕਿ ਜਦ ਕੋਈ ਵੀ ਵਿਚਾਰਧਾਰਾ ਆਪਣੇ ਮੁੱਢਲੇ ਦੌਰ ਵਿੱਚ ਹੁੰਦੀ ਹੈ ਤਾਂ ਤਕਰੀਬਨ ਬਹੁਤ ਘੱਟ ਲੋਕ ਹੁੰਦੇ ਹਨ ਉਸ ਵਿਚਾਰਧਾਰਾ ਦੇ ਸਮਰਥਨ ਵਿੱਚ, ਕਿਉਂਕਿ ਜ਼ਿਆਦਾਤਰ ਲੋਕ ਆਪਣੀਆਂ ਨਾਂਹ ਪੱਖੀ ਕਟਾਸ਼ਕ ਗੱਲਾਂ ਨਾਲ ਬੀੜਾ ਵਿਰੋਧ ਦਾ ਚੁੱਕਦੇ ਹਨ। ਪਰ ਜਦ ਵਿਚਾਰਧਾਰਾ ਦਾ ਮੁੱਢ ਨੇਕ ਵਿਚਾਰ ਹੁੰਦਾ ਹੈ ਤਾਂ ਕਾਦਰ ਦੀ ਸਿਰਜੀ ਕੁਦਰਤ ਕਾਇਨਾਤ ਵੀ ਆਪਣਾ ਸਮਰਥਨ ਦੇ ਨੇਕ ਵਿਚਾਰਾਂ ਦੀ ਜਾਈ ਹਾਂ ਪੱਖੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਵਿੱਚ ਸਹਾਇਕ ਸਿੱਧ ਹੁੰਦੀ ਹੈ, ਕਿਉਂਕਿ ਨੇਕ ਵਿਚਾਰਧਾਰਾ ਨਾਲ ਜੁੜ ਜਦ ਨੇਕ ਵਿਚਾਰਾਂ ਦਾ ਫੈਲਾਅ ਕਾਇਨਾਤ ਵਿੱਚ ਹੁੰਦਾ ਹੈ ਤਾਂ ਕੁਦਰਤ ਕਾਇਨਾਤ ਸਕੂਨੀ ਜਾਂਦੀ ਹੈ, ਪ੍ਰਫੁੱਲਤ ਹੁੰਦੀ, ਜਿਸ ਦੇ ਫਲ ਸਰੂਪ ਆਹਿਸਤਾ ਆਹਿਸਤਾ ਕਰ ਸਮ ਸੋਚਣੀ ਵਾਲੇ ਲੋਕ ਚੱਲੀ ਆਉਂਦੀ ਨੇਕ ਵਿਚਾਰਧਾਰਾ ਦੀ ਮੁੱਢਲੀ ਬੁਨਿਆਦ ਨੂੰ ਭਾਵ ਕਿ ਵਿਚਾਰ ਨੂੰ ਆਪਣੀ ਵਿਚਾਰ 'ਚ ਵਿਚਾਰ ਕੇ ਸਮਰਥਨ ਦੇ ਕੇ ਨਾਲ ਤੁਰਦੇ ਹਨ। ਪਰ ਇੱਥੇ ਇੱਕ ਗੱਲ ਵਿਚਾਰਨ ਵਾਲੀ ਹੈ ਕਿ ਕਿਸੇ ਵੀ ਵਿਚਾਰਧਾਰਾ ਨੂੰ ਅਪਣਾਉਣ ਤੋਂ ਪਹਿਲਾਂ
ਕਿਸੇ ਵੀ ਵਿਚਾਰਧਾਰਾ ਨੂੰ ਆਪਣਾ ਕੀਮਤੀ ਸਮਰਥਨ ਦੇਣ ਤੋਂ ਪਹਿਲਾਂ ਵਿਚਾਰ ਕੇ ਵੇਖ ਲਈਏ ਕਿ ਅਸੀਂ ਜਿਸ ਵਿਚਾਰ ਦੇ ਸਮਰਥਨ ਵਿੱਚ ਉਤਰਨ ਲੱਗੇ ਹਾਂ ਇਹਦਾ ਰਾਹ ਕੀ ਹੈ, ਇਹ ਕਿਸ ਮੰਜ਼ਲ ਦਾ ਰਾਹੀ ਹੈ। ਬੜੀ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਕੁਝ ਚੰਦ ਕੁ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਕਿਸੇ ਸੁਣੀ ਸੁਣਾਈ ਗੱਲ ਦੇ ਪ੍ਰਭਾਵ ਹੇਠਾਂ ਆ ਬਿਨਾਂ ਸੋਚੇ ਬਿਨਾਂ ਵਿਚਾਰੇ ਕਿਸੇ ਵੀ ਵਿਚਾਰਧਾਰਾ ਦਾ ਸਮਰਥਨ ਕਰਨ ਲਈ ਤੁਰ ਪੈਂਦੇ ਹਾਂ, ਜਦ ਕਿ ਵਿਚਾਰਧਾਰਾ ਦਾ ਮੁੱਢ ਵਿਚਾਰ ਹੀ ਸਾਨੂੰ ਆਪਣੇ ਗੁਪਤ ਭੇਦ ਰਾਹੀਂ ਦੱਸਦਾ ਹੈ ਕਿ ਰਾਹ ਨੂੰ ਵਾਚ। ਤੇ ਫਿਰ ਜਿਸ ਵਿਚਾਰਧਾਰਾ ਦੇ ਪਿੱਛੇ ਹੋ ਅਸੀਂ ਤੁਰਨ ਲੱਗੇ ਹਾਂ, ਪਹਿਲਾਂ ਉਸ ਰਾਹ ਨੂੰ ਵਾਚ ਲਈਏ ਕਿ ਸਾਨੂੰ ਇਹ ਲੈ ਕੇ ਕਿੱਥੇ ਜਾ ਰਿਹਾ ਹੈ। ਇਸ ਦੀ ਮੰਜ਼ਿਲ ਸਹੀ ਹੈ? ਕਿਤੇ ਇਹ ਸਾਨੂੰ ਗੁੰਮਰਾਹਾਂ ਵੱਲ ਤਾਂ ਨਹੀਂ ਲੈ ਕੇ ਜਾ ਰਿਹਾ। ਤੇ ਫਿਰ ਆਪਣੇ ਵਿਚਾਰਾਂ ਦੀ ਆਪਣੀ ਸੋਚਣੀ ਦੀ ਧਾਰ ਤੇਜ਼ ਕਰ ਇਹ ਸਭ ਗੱਲਾਂ ਖੁਦ ਵਿਚਾਰ ਕੇ ਵੇਖੀਏ, ਕਿਉਂਕਿ ਵਿਚਾਰਾਂ ਵਿੱਚ ਬੜਾ ਭੇਦ ਹੈ, ਜਿਸ ਕਰਕੇ ਵਿਚਾਰਧਾਰਾ ਵਿੱਚ ਵੀ ਭੇਦ ਆਉਂਦਾ ਹੈ। ਹੁਣ ਕਈ ਵਿਚਾਰ ਨੇਕ ਸੋਚਣੀ ਚੋਂ, ਨੇਕ ਪਰਵਰਿਸ਼ ਚੋਂ ਉੱਠੇ ਸਾਊ ਸੁਭਾਅ ਦੇ ਹੁੰਦੇ ਹਨ ਤੇ ਕਈ ਵਿਚਾਰ ਸੀਨਾ ਜੋਰੀ ਜ਼ੋਰ ਜ਼ਬਰਦਸਤੀ ਵਾਲੇ ਹੁੰਦੇ ਹਨ। ਕਈ ਵਿਚਾਰ ਮਤਲਬ ਗਰਜ ਤੇ ਨਿੱਜੀ ਸਵਾਰਥ ਦੇ ਹੁੰਦੇ ਹਨ ਤੇ ਕਈ ਵਿਚਾਰ ਹੋਰਾਂ ਨੂੰ ਨੀਵਾਂ ਵਿਖਾਉਣ ਤੇ ਖੁਦ ਨੂੰ ਵਡਿਆਉਣ ਦੇ ਹੁੰਦੇ ਹਨ। ਕਈ ਵਿਚਾਰ ਤਾਂ ਵਿਚਾਰੇ ਹੁੰਦੇ ਹਨ, ਤਰਸ ਦੇ ਪਾਤਰ ਹੁੰਦੇ ਹਨ ਤੇ ਇਹਨਾਂ ਭਾਂਤ ਪ੍ਰਕਾਰੀ ਵਿਚਾਰਾਂ ਚੋਂ ਉੱਠਦੀਆਂ ਵਿਚਾਰਧਾਰਾਂ ਵੀ ਇਹਨਾਂ ਹੀ ਵਣਗੀਆਂ ਦੀਆਂ ਹੁੰਦੀਆਂ ਹਨ, ਜੋ ਇੱਕ ਪਲ ਲਈ ਆਪਣੀ ਧਾਰ ਨਾਲ ਵਹਾ ਤਾਂ ਦਿੰਦੀਆਂ ਹਨ, ਪਰ ਸੁੱਟਦੀਆਂ ਗੁੰਮਰਾਹ ਕਰਕੇ ਗਮਾਂ ਦੇ ਰਾਹਾਂ ਵੱਲ ਹੀ ਹਨ। ਤੇ ਇਹਨਾਂ ਸਭ ਵਿਚਾਰਾਂ ਤੋਂ ਉੱਤੇ ਆਉਂਦਾ ਹੈ ਹੱਕ ਦਾ ਵਿਚਾਰ, ਜਿਸ ਤੋਂ ਵਿਚਾਰਧਾਰਾ ਵੀ ਹੱਕੀ ਉੱਠਦੀ ਹੈ। ਤੇ ਇਸੇ ਹੱਕੀ ਵਿਚਾਰਧਾਰਾ ਨੂੰ ਦਰਸਾਉਂਦੇ ਹਨ ਸਾਡੇ ਤੂੰ ਸਤ ਅਖੰਡ ਜੋਤ ਚੈਨਲ ਤੇ ਨਿਤ ਦਿਨ ਪੈਂਦੇ ਸੁਗੜ ਵਿਚਾਰ, ਕਿਉਂਕਿ ਇਹ ਵਿਚਾਰ ਕੌਮ, ਜਾਤ, ਮਜ਼ਹਬ ਦੇ ਵੱਖੋ ਵੱਖ ਘੇਰਿਆਂ ਨੂੰ ਨਹੀਂ ਦਰਸਾਉਂਦੇ। ਇਹ ਤਾਂ 10ਵੀਂ ਸਰਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫਰਮਾਨ ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ ਤਹਿਤ ਇਨਸਾਨੀਅਤ ਨੂੰ ਰੂਹਾਨੀਅਤ ਨਾਲ ਜੋੜਨ ਦੀ ਗੱਲ ਕਰਦੇ। ਅਸਲੀਅਤ ਵਿੱਚ ਹੱਕੀ ਵਿਚਾਰਧਾਰਾ ਹੀ ਉਹ ਹੁੰਦੀ ਹੈ ਜਿਹੜੀ ਮੁੱਢਲੀ ਵਿਚਾਰਧਾਰਾ ਨਾਲ ਜੋੜੇ, ਭਾਵ ਕਿ ਮੁੱਢ ਮੂਲ ਨਾਲ ਜੋੜੇ, ਕਿਉਂਕਿ ਖੁਦਾ ਨੂੰ ਹੱਕ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ ਤੇ ਫਿਰ ਹੱਕੀ ਵਿਚਾਰ ਖੁਦਾਈ ਵਿਚਾਰ ਹੀ ਹੈ। ਇਹ ਵਿਚਾਰ ਸਾਡੇ ਕਰਮ ਨੂੰ ਗੁਰੂ ਗੁਰਬਾਣੀ ਦੁਆਰਾ ਫਰਮਾਏ ਧਰਮ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਨਾਲ ਜੋੜਨ ਦੀ ਗੱਲ ਕਰਦੇ ਹਨ। ਇਹ ਵਿਚਾਰ ਉਸ ਅਪਾਰ ਪੁਰਖ ਸਤਿਪੁਰਖ ਪਿਤਾ ਜੀ ਦੀ ਸਿਫਤ ਨੂੰ ਵਡਿਆਉਂਦੇ ਹਨ, ਜਿਸ ਨਾਲ ਆਤਮ ਰੂਪ ਕਰਕੇ ਸਾਡਾ ਸਭ ਦਾ ਸਦੀਵੀ ਨਾਤਾ ਹੈ। ਫਰਮਾਨ ਹੈ ਏਕ ਪਿਤਾ ਏਕਸ ਕੇ ਹਮ ਬਾਰਿਕ। ਸੋ ਇਹ ਸੁਗੜ ਵਿਚਾਰ ਸਾਡੇ ਸਭ ਦੇ ਹੱਕੀ ਵਿਚਾਰ ਹਨ ਤੇ ਸਾਡਾ ਸਭ ਦਾ ਹੱਕ ਬਣਦਾ ਹੈ ਇਹਨਾਂ ਨੂੰ ਵਿਚਾਰਨਾ ਤੇ ਇਸ ਵਿਚਾਰਧਾਰਾ ਦਾ ਸਮਰਥਨ ਕਰਨਾ। ਇਸ ਲਈ ਅਸੀਂ ਆਪ ਸਭ ਸਰੋਤਿਆਂ ਤੋਂ ਇਸ ਵਿਚਾਰਧਾਰਾ ਦੇ ਨਿੱਘੇ ਸਮਰਥਨ ਦੀ ਉਮੀਦ ਕਰਦੇ। ਅਖੀਰ ਇਹਨਾਂ ਸਭ ਗੱਲਾਂ ਦੇ ਨਾਲ ਨਾਲ ਬਤੌਰ ਗਾਇਕ ਅਤੇ ਗੀਤਕਾਰ ਇੱਕ ਦਰਖਾਸਤ ਮੇਰੀ ਮੇਰੇ ਆਪਣੇ ਗਾਇਕੀ ਅਤੇ ਗੀਤਕਾਰੀ ਭਾਈਚਾਰੇ ਨੂੰ ਵੀ ਹੈ ਕਿ ਅੱਜ ਦੇ ਯੂਥ ਵਿੱਚ ਕਿਸੇ ਵੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਲਈ ਸਾਡਾ ਅਹਿਮ ਯੋਗਦਾਨ ਹੈ। ਇਸ ਲਈ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਆਪਣੇ ਗੀਤਾਂ ਜ਼ਰੀਏ ਉਹ ਵਿਚਾਰ ਲੈ ਕੇ ਆਈਏ ਜਿਨ੍ਹਾਂ ਤੋਂ ਉੱਭਰਦੀ ਵਿਚਾਰਧਾਰਾ ਸੱਭਿਅਕ, ਸੁਚੱਜੀ ਅਤੇ ਸੁਮੱਤ ਭਰਪੂਰ ਹੋਵੇ, ਕਿਉਂਕਿ ਗੱਲ ਭਾਵੇਂ ਸਾਹਿਤਕ ਪੱਖ ਦੀ ਹੋਵੇ ਜਾਂ ਸੱਭਿਆਚਾਰਕ ਪੱਖ ਦੀ, ਸ਼ੁਰੂਆਤ ਤਾਂ ਵਿਚਾਰ ਤੋਂ ਹੀ ਹੁੰਦੀ ਹੈ। ਇਸ ਲਈ ਇਹਨਾਂ ਖੇਤਰਾਂ ਨਾਲ ਜੁੜੇ ਸਾਨੂੰ ਸਭ ਭੈਣ ਭਾਈਆਂ ਨੂੰ ਸਭ ਤੋਂ ਪਹਿਲਾਂ ਆਪਣੇ ਨਿੱਜੀ ਵਿਚਾਰਾਂ 'ਤੇ ਕੇਂਦਰਿਤ ਹੋ ਕੇ ਆਪਣੇ ਅੰਦਰੋਂ ਉੱਠਦੇ ਵਿਚਾਰਾਂ ਨੂੰ ਵਾਚਣਾ ਚਾਹੀਦਾ ਹੈ ਤੇ ਵੇਖ ਵਿਚਾਰ ਕੇ ਆਪਣੀ ਜ਼ਹਿਨੀਅਤ ਵਿੱਚ ਨੇਕ ਤੇ ਸਚਾਰੂ ਵਿਚਾਰਾਂ ਨੂੰ ਪਾਲਣਾ ਚਾਹੀਦਾ ਹੈ ਤੇ ਪਾਲ ਕੇ ਨੇਕ ਤਰਬੀਅਤ ਨਾਲ ਹੀ ਉਹਨਾਂ ਨੂੰ ਆਪਣੇ ਸਰੋਤਿਆਂ ਅੱਗੇ ਪਰੋਸਣਾ ਚਾਹੀਦਾ ਹੈ, ਕਿਉਂਕਿ ਸਾਡੀ ਕੀਤੀ ਇਸ ਕੋਸ਼ਿਸ਼ ਨਾਲ
ਸਾਡੀ ਗਾਇਕੀ ਅਤੇ ਗੀਤਕਾਰੀ 'ਚੋਂ ਵੀ ਘਾਟਾਂ ਪੂਰੀਆਂ ਹੋ ਜਾਣਗੀਆਂ ਤੇ ਸਾਹਿਤਕ ਖੇਤਰ ਨਾਲ ਜੁੜੀਆਂ ਸਾਡੀਆਂ ਬਾਕੀ ਚੀਜ਼ਾਂ ਵੀ ਸਾਫ਼ ਸੁਥਰੀਆਂ ਹੋ ਜਾਣਗੀਆਂ। ਸਤਿ ਸ੍ਰੀ ਅਕਾਲ।